ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਮੈਂ ਤੁਹਾਡੀ co-host ਜਸਮੀਤ। ਪਿਛਲੇ ਕਈ ਸਾਲਾਂ ਤੋਂ ਮਿਊਜ਼ਿਕ ਥੈਰੇਪੀ ਇੱਕ ਪਪੂਲਰ ਪ੍ਰੈਕਟਿਸ ਬਣ ਰਹੀ ਆ, ਐਸਪੈਸ਼ਲੀ ਹੈਲਥਕੇਅਰ ਦੇ ਵਿੱਚ। ਅਸੀਂ ਰਿਅਲਾਈਜ਼ ਕਰ ਰਹੇ ਹਾਂ ਕਿ ਜੇ ਅਸੀਂ ਅਲੱਗ-ਅਲੱਗ ਲੋਕਾਂ ਦੇ ਨਾਲ ਕੰਮ ਕਰਨਾ ਆ, ਜਿਨ੍ਹਾਂ ਨੂੰ ਡਿਫਰੈਂਟ ਰੋਗ ਹੋ ਸਕਦੇ ਆ, ਸਾਨੂੰ ਨਏ ਤਰੀਕੇ ਅਪਣਾਉਣੇ ਚਾਹੀਦੇ ਆ, ਜਿੱਦਾਂ ਕਿ ਮਿਊਜ਼ਿਕ ਥੈਰੇਪੀ। ਮੰਨਿਆ ਕਿ ਵੈਸਟਰਨ ਵਰਲਡ ਦੇ ਵਿੱਚ ਹੈਲਥਕੇਅਰ ਰਿਸਰਚ ਦੇ ਵਿੱਚ ਇੱਕ ਰਿਲੇਟਿਵਲੀ ਨਈ ਪ੍ਰੈਕਟਿਸ ਆ, ਪਰ ਜੇ ਅਸੀਂ ਦੁਨੀਆ ਭਰ ਦੇਖੀਏ ਕਿੰਨੇ ਡਿਫਰੈਂਟ ਕਲਚਰਸ ਹੈਗੇ ਆ ਜੋ ਸਦੀਆਂ ਤੋਂ ਮਿਊਜ਼ਿਕ ਥੈਰੇਪੀ ਆਪਣੇ ਖੁਦ ਦੇ ਕਮਿਊਨਿਟੀਜ਼ ਦੇ ਵਿੱਚ ਯੂਜ਼ ਕਰ ਰਹੇ ਆ। ਜੇ ਅਸੀਂ ਸਿੱਖੀ ਦਾ ਐਗਜ਼ਾਮਪਲ ਲਈਏ, ਅਸੀਂ ਜਾਣਦੇ ਹਾਂ ਕਿ ਸਿੱਖ ਹਿਸਟਰੀ ਦੇ ਵਿੱਚ ਮਿਊਜ਼ਿਕ ਦਾ ਕਿੰਨਾ ਵੱਡਾ ਐਲੀਮੈਂਟ ਰਿਹਾ ਆ। ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਗੈਸਟ ਜਸਵੀਰ ਕੌਰ ਸਾਨੂੰ ਹੋਰ ਜਾਣਕਾਰੀ ਦਊਗੇ ਕਿ ਸਿੱਖ ਮਿਊਜ਼ਿਕ ਥੈਰੇਪੀ ਕੀ ਹੈਗੀ ਆ, ਇਹਨਾਂ ਨੇ ਖੁਦ ਇਹ ਤੋਂ ਕੀ ਬੈਨੀਫਿਟ ਮਿਲੇ ਆ, ਐਂਡ ਜੇ ਅਸੀਂ ਖੁਦ ਆਪਣੇ ਲਾਈਫ ਦੇ ਵਿੱਚ ਸਿੱਖ ਮਿਊਜ਼ਿਕ ਥੈਰੇਪੀ ਇਨਕੋਰਪੋਰੇਟ ਕਰਨਾ ਚਾਹੁੰਦੇ ਹਾਂ, ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨੀਤ ਹੈਗਾ ਆ, ਐਂਡ ਜਿਵੇਂ ਜਸਮੀਤ ਨੇ ਸ਼ੇਅਰ ਕੀਤਾ ਕਿ ਆਪਾਂ ਨੂੰ ਜਦੋਂ ਵੀ ਕੋਈ ਵੀ ਮਾਨਸਿਕ ਚੈਲੰਜਸ ਹੁੰਦੇ ਆ, ਆਪਾਂ ਨੂੰ ਮੈਡੀਕੇਸ਼ਨ ਦੇ ਇਲਾਵਾ, ਕਾਉਂਸਲਿੰਗ ਦੇ ਇਲਾਵਾ ਹੋਰ ਵੀ ਤਰੀਕੇ ਐਕਸਪਲੋਰ ਕਰਨੇ ਚਾਹੀਦੇ ਆ। ਮੈਂ ਤੇ ਜਸਮੀਤ ਅਸੀਂ ਸਾਨੂੰ ਤਕਰੀਬਨ 8 ਸਾਲ ਹੋ ਗਏ ਨਰਸਿੰਗ ਪ੍ਰੈਕਟਿਸ ਕਰਦਿਆਂ ਨੂੰ ਇੱਥੇ ਕੈਨੇਡਾ ਦੇ ਵਿੱਚ। ਐਂਡ ਇੱਕ ਚੀਜ਼ ਅਸੀਂ ਇਹ ਦੇਖੀ ਆ ਕਿ ਜਿਹੜਾ ਹੋਲਿਸਟਿਕ ਲੈਂਸ ਹੈਗਾ ਆ ਉਹ ਮੇਨ ਮੈਂਟਲ ਹੈਲਥ ਸਰਵਿਸਿਜ਼ ਦੇ ਵਿੱਚ ਨਹੀਂ ਹੈਗਾ ਆ, ਤੇ ਉਹ ਹੋਣਾ ਚਾਹੀਦਾ। ਮੈਂ ਆਪ ਸਾਦਰਨ ਇੰਡੀਆ ਦੇ ਵਿੱਚ ਨਰਸਿੰਗ ਪਲੇਸਮੈਂਟ ਕੀਤੀ ਸੀਗੀ 2011 ਦੇ ਵਿੱਚ, ਐਂਡ ਉੱਥੇ ਮੈਨੂੰ ਹਜੇ ਤੱਕ ਵੀ ਯਾਦ ਆ ਜਦੋਂ ਮੈਂ ਇੱਕ ਮੈਂਟਲ ਹੈਲਥ ਫੈਸਿਲਿਟੀ ਗਈ ਸੀਗੀ, ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਮੈਂ ਦੇਖ ਕੇ ਬਹੁਤ ਹੈਰਾਨ ਸੀਗੀ, ਐਂਡ ਆਲਸੋ ਅਪਰੀਸ਼ੀਏਟ ਵੀ ਕੀਤਾ ਕਿ ਉਹ ਹੋਲਿਸਟਿਕ ਪਰਸਪੈਕਟਿਵ, ਹੋਲਿਸਟਿਕ ਲੈਂਸ ਆਦੇ ਕਲਾਇੰਟਸ ਨੂੰ ਦੇ ਰਹੇ ਆ। ਜਿਵੇਂ ਕਰਕੇ ਉਹਨਾਂ ਨੇ ਸਵੇਰੇ 5 ਵਜੇ ਉੱਠਣਾ, ਪਹਿਲਾਂ ਉਹਨਾਂ ਨੇ ਪਾਠ ਕਰਨਾ, ਫਿਰ ਇਕੱਠਿਆਂ ਨੇ ਪੂਜਾ ਕਰਨੀ, ਐਂਡ ਫਿਰ ਯੋਗਾ ਕਰਨੀ, ਇਕੱਠਿਆਂ ਨੇ ਬ੍ਰੈਕਫਾਸਟ ਬਣਾਉਣਾ। ਤੇ ਸਾਈਕਾਇਟਰਿਸਟ ਵੀ ਹੁੰਦਾ ਸੀਗਾ ਜਿਹੜੇ ਮੈਡੀਕੇਸ਼ਨ ਰਿਵਿਊ ਕਰਦੇ ਹੁੰਦੇ ਸੀਗੇ, ਪਰ ਉਹਨਾਂ ਦੇ ਦਿਨ ਦੇ ਵਿੱਚ ਇੰਨੀ ਐਲੀਮੈਂਟ ਜਿਹੜੀ ਸੀਗੀ ਹਿਊਮਨ ਐਕਸਪੀਰੀਅੰਸ ਬਾਰੇ, ਹਿਊਮਨ ਐਲੀਮੈਂਟਸ ਨੂੰ ਲੈ ਕੇ ਬਹੁਤ ਵਧੀਆ ਲੱਗਿਆ। ਤੇ ਮੈਨੂੰ ਆਲਵੇਜ਼ ਮੇਰੇ ਮਨ 'ਚ ਰਹਿੰਦਾ ਕਿ ਇੱਥੇ ਕੈਨੇਡਾ ਦੇ ਵਿੱਚ ਐਸੀ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਹਸਪੀਟਲ ਦੇ ਵਿੱਚ ਜਾਂ ਕਮਿਊਨਿਟੀ ਦੇ ਵਿੱਚ। ਸੋ ਅੱਜ ਅਸੀਂ ਬਹੁਤ ਹੈਪੀ ਹੈਗੇ ਆ ਕਿ ਜਿਹੜਾ ਪਿਛਲਾ ਵੀਕ ਦਾ ਐਪੀਸੋਡ ਸਾਡੇ ਗੈਸਟ ਨਾਲ ਸੀਗਾ, ਉਹਨੇ ਥੋੜੀ ਬਹੁਤੀ ਆਪਦੀ ਐਕਸਪੀਰੀਅੰਸ ਦੱਸੀ ਸੀਗੀ ਡੋਮੈਸਟਿਕ ਇਸ਼ੂਜ਼ ਦੇ ਨਾਲ ਆਪਦੇ ਘਰਾਂ ਦੇ ਵਿੱਚ। ਤੇ ਅੱਜ ਉਹ ਸ਼ੇਅਰ ਕਰਨਗੇ ਉਹਨਾਂ ਦੀ ਪਰਸਨਲ ਜਰਨੀ ਕਿ ਉਹਨਾਂ ਨੇ ਆਪਦੀ ਹੀਲਿੰਗ ਨੂੰ ਕਿੱਥੇ ਲੱਭਿਆ ਤੇ ਹੁਣ ਆਪਦੇ ਕਰੀਅਰ ਦੇ ਵਿੱਚ, ਆਪਦੇ ਪੈਥ ਦੇ ਵਿੱਚ ਕਿਸ ਚੀਜ਼ ਸੇਵਾ ਕਰ ਰਹੇ ਆਪਣੀ ਕਮਿਊਨਿਟੀ ਲਈ। ਸੋ ਥੈਂਕ ਯੂ ਜਸਵੀਰ ਕੌਰ, our dear sister, ਕਿ ਤੁਸੀਂ ਸਾਡੇ ਨਾਲ ਫੇਰ ਜੁਆਇਨ ਹੋਏ ਹੋ। Please tell our viewers, ਥੋੜਾ ਬਹੁਤਾ ਤੁਸੀਂ ਪਿਛਲੇ ਹਫਤੇ ਵੀ ਦੱਸਿਆ ਸੀਗਾ, ਪਰ I'm sure ਕਿ ਆਹ week new guest ਹੋ ਸਕਦੇ ਆ ਜਿਹੜੇ ਦੇਖ ਰਹੇ ਆ। ਤੁਸੀਂ ਥੋੜਾ ਜਿਹਾ ਆਪਦੇ ਬਾਰੇ ਸਾਰਿਆਂ ਨੂੰ ਦੱਸੋ। ਥੈਂਕ ਯੂ ਜੀ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਦੁਬਾਰਾ ਫਿਰ ਬੁਲਾਇਆ। ਜਿਹੜਾ ਆਪਾਂ ਪਿਛਲੇ ਹਫਤੇ ਗੱਲਾਂ ਕਰ ਰਹੇ ਸੀਗੇ ਹਨਾ, ਕਿ ਵੀ ਹਰ ਇੱਕ ਘਰ ਦੇ ਵਿੱਚ ਪਰੇਸ਼ਾਨੀ ਹੁੰਦੀ ਆ, ਹਰ ਇੱਕ ਇਨਸਾਨ ਨੂੰ ਵੀ ਮੁਸੀਬਤ ਹੁੰਦੀ ਆ, ਪਰ ਇੱਕ ਆਦਤ ਪਈ ਹੋਈ ਆ ਆਪਾਂ ਨੂੰ ਕਿ ਵੀ ਆਪਾਂ ਉਹਨਾਂ ਦੁੱਖਾਂ ਨੂੰ, ਗਮਾਂ ਨੂੰ ਦਬਾ ਕੇ ਰੱਖੀਏ, ਤੇ ਉਹਨਾਂ ਨੂੰ ਦਬਾਉਣ ਦਾ ਨਤੀਜਾ ਇਹ ਨਿਕਲਦਾ ਕਿ ਵੀ ਸਾਡੇ ਸਰੀਰ ਤੇ ਸਿਹਤ ਤੇ ਅਸਰ ਹੁੰਦਾ ਆ। ਉਹ ਹੋ ਸਕਦਾ ਮਾਨਸਿਕ ਤੌਰ ਤੇ ਹੋ ਸਕਦਾ ਜਾਂ ਐਕਚੁਅਲ ਸਰੀਰਕ ਤੌਰ ਤੇ। ਹਰ ਇੱਕ ਰੋਗ ਦਾ ਕਾਰਨ ਕੋਈ ਤੁਹਾਡਾ ਦੁੱਖ ਹੋਊਗਾ। ਇੱਕ ਕਿਤਾਬ ਹੈਗੀ ਆ when the body says no, ਮੈਨੂੰ ਪਤਾ ਨਹੀਂ ਜੇ ਤੁਸੀਂ ਪੜ੍ਹੀ ਹੋਊਗੀ ਕਿ ਨਹੀਂ, ਪਰ ਉਹਦੇ ਵਿੱਚ ਇਹ ਚੀਜ਼ਾਂ ਸਾਬਿਤ ਕੀਤੀਆਂ ਜਾਂਦੀਆਂ ਕਿ ਵੀ ਹਰ ਇੱਕ ਰੋਗ ਮਗਰ ਜੇ ਕੋਈ ਵੀ ਚੀਜ਼ ਹੈਗੀ, ਕੈਂਸਰ ਤੋਂ ਲੈ ਕੇ ਜਾਂ ਕਿਸੇ ਤਰ੍ਹਾਂ ਦੀ ਸਰੀਰਕ ਰੋਗ ਜਿਹੜੇ ਹੁੰਦੇ ਆ ਹਨਾ, ਉਹਦੀ ਜੜ ਜਿਹੜੀ ਆ ਉਹ ਤੁਹਾਡੀ ਮਾਨਸਿਕ ਤੰਦਰੁਸਤੀ ਦੇ ਨਾਲ ਜੁੜੀ ਹੋਈ ਆ। ਕਿ ਵੀ ਜਿਹੜੀ ਚੀਜ਼ ਤੁਸੀਂ ਦਬਾ ਕੇ ਰੱਖੀ ਆ ਉਹ ਤੁਹਾਨੂੰ ਬਾਅਦ 'ਚ ਆ ਕੇ ਪਰੇਸ਼ਾਨ ਕਰੂਗੀ, ਪਰੇਸ਼ਾਨੀ ਦਊਗੀ। ਇਹੀ ਕੁਦਰਤ ਦਾ ਇੱਕ ਨਿਯਮ ਆ ਕਿ ਵੀ ਸਰੀਰ ਨੂੰ ਆਪਾਂ ਤੰਦਰੁਸਤ ਕਿਵੇਂ ਰੱਖਣਾ ਆ, ਉਹਦੇ ਵਿੱਚ ਆਪਣੇ ਸਿਹਤ ਦੀ, ਮਾਨਸਿਕ ਸਿਹਤ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ।
ਛੋਟੀ ਉਮਰ 'ਚ ਮੈਨੂੰ ਨਹੀਂ ਪਤਾ ਸੀਗਾ ਇਹਨਾਂ ਚੀਜ਼ਾਂ ਬਾਰੇ ਕੁਛ ਜ਼ਿਆਦਾ, ਹਨਾ। ਜੋ ਮੈਂ ਦੇਖਦੀ ਸੀਗੀ ਉਸ ਹਿਸਾਬ ਨਾਲ ਆਦਤਾਂ ਪਾਈਆਂ ਸੀਗੀਆਂ ਕਿ ਵੀ ਸਾਰੇ ਚੁੱਪ ਰਹਿੰਦੇ ਆ, ਮੈਨੂੰ ਵੀ ਕਿਹਾ ਗਿਆ ਵੀ ਚੁੱਪ ਰਹਿ, ਹਨਾ। ਸੋ ਉਹਨਾਂ ਚੀਜ਼ਾਂ ਨੂੰ ਬਾਹਰਲੇ ਲੋਕਾਂ ਨਾਲ ਵੰਡਣੀਆਂ ਨਹੀਂ, ਗੱਲ ਨਹੀਂ ਕਰਨੀ, ਹਨਾ, ਕਿਉਂਕਿ ਉਹ ਸਮਝੂਗੇ ਨਹੀਂ ਜਾਂ ਉਹ ਤੁਹਾਨੂੰ ਜੱਜ ਕਰੂਗੇ ਜਾਂ ਆਈ ਡੋਨਟ ਨੋ ਹੋਰ ਕੀ ਨੈਗੇਟਿਵਿਟੀ ਹੋਊਗੀ, ਹਨਾ। ਪਰ ਇੱਕ ਪੰਜਾਬੀਆਂ ਦੇ ਵਿੱਚ ਜਿਹੜੀ ਮਾਣ ਵਾਲੀ ਗੱਲ ਹੁੰਦੀ ਆ, ਹਨਾ, ਕਈ ਵਾਰੀ ਉਹ ਵੀ ਸਾਨੂੰ ਰੋਕ ਦਿੰਦੀ ਹੈ ਕਿ ਵੀ ਇਸ ਕਰਕੇ ਨਹੀਂ ਆਪਾਂ ਗੱਲ ਕਰਨੀ, ਵੀ ਆਪਾਂ ਹੋਰ ਕਿਸੇ ਦੀ ਨਿਗਾਹ ਦੇ ਵਿੱਚ ਡਿੱਗ ਨਾ ਜਾਈਏ ਜਾਂ ਨੀਵੇਂ ਨਾ ਦਿਖੀਏ। ਸੋ ਵਜ੍ਹਾ ਜਿਹੜੀਆਂ ਵੀ ਹੋਣ ਆਪਾਂ ਕਰਦੇ ਹਾਂ, ਸਾਰੇ ਕਰਦੇ ਹਾਂ। ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇੱਦਾਂ ਨਹੀਂ ਹੈਗਾ ਸਹੀ, ਵੀ ਜਿਹੜੇ ਮੇਰੇ ਸਰੀਰ ਨੂੰ ਰੋਗ ਲੱਗ ਰਹੇ ਆ ਜਾਂ ਦੁੱਖ ਮਹਿਸੂਸ ਹੋ ਰਹੇ ਆ, ਹਨਾ, ਉਹ ਇਹਨਾਂ ਚੀਜ਼ਾਂ ਕਰਕੇ ਆ। ਸੋ ਮੇਰਾ ਫਰਜ਼ ਆ ਪਤਾ ਕਰਨਾ ਕਿ ਇਹਨਾਂ ਨੂੰ ਮੈਂ ਠੀਕ ਕਿੱਦਾਂ ਕਰਨਾ, ਆਪਣੇ ਸਰੀਰ ਚੋਂ ਕੱਢਣਾ ਕਿਵੇਂ ਆ, ਹਨਾ, ਸਹੀ ਤਰੀਕੇ ਨਾਲ। ਬਹੁਤ ਸਾਰੇ ਤਰੀਕੇ ਹੈਗੇ, ਬਹੁਤ ਤਰ੍ਹਾਂ ਦੀਆਂ ਥੈਰੇਪੀਜ਼ ਹੈਗੀਆਂ ਆ, ਪਰ ਮੇਰੇ ਦਿਲ ਨੂੰ ਉਹ ਲੱਗੀ ਕਿ ਵੀ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ, ਜਿਹੜਾ ਇੱਕ ਗੁਣ ਇੰਨਾ ਵੱਡਾ ਤੋਹਫਾ ਸਾਨੂੰ ਦਿੱਤਾ, ਹਨਾ, ਉਸ ਰਾਹ ਤੇ ਆਪਾਂ ਚੱਲ ਕੇ ਕਿੱਦਾਂ ਆਪਣੇ ਆਪ ਨੂੰ ਠੀਕ ਕਰ ਸਕਦੇ ਆ। ਤੇ ਵੱਡੇ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਆ ਕਿ ਵੀ ਸਰਬ ਰੋਗ ਕਾ ਔਖਦ ਨਾਮ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੋ ਇਹਨਾਂ ਚੀਜ਼ਾਂ ਨੂੰ ਸੁਣ ਕੇ ਆਪਾਂ ਕਹਿੰਦੇ ਕਿ ਵੀ ਹਾਂ, ਗੁਰਬਾਣੀ ਦੇ ਵਿੱਚ ਇਹ ਸ਼ਕਤੀ ਹੈਗੀ ਆ ਕਿ ਵੀ ਤੁਸੀਂ ਠੀਕ ਹੋ ਸਕਦੇ ਆ। ਪਰ ਕਿਸੇ ਨੇ ਇਹ ਨਹੀਂ ਸਮਝਾਇਆ, ਮੈਨੂੰ ਤੇ ਸਮਝਾਇਆ ਨਹੀਂ ਕਿਸੇ ਨੇ ਕਿ ਵੀ ਕਿੱਦਾਂ ਕਰੀਦਾ ਆ। ਅੱਖਾਂ ਮੀਟ ਕੇ, ਹੱਥ ਜੋੜ ਕੇ, ਵਾਹਿਗੁਰੂ ਵਾਹਿਗੁਰੂ ਕਰਕੇ, ਗੁਰਦੁਆਰੇ ਮੱਥਾ ਟੇਕ ਕੇ, ਦੈਟਸ ਇਟ, ਬਸ। ਫਿਰ ਤੇ ਆਪਾਂ ਸਾਰੇ ਤੰਦਰੁਸਤ ਕਿਉਂ ਨਹੀਂ ਹੈਗੇ, ਕਿਉਂ ਨਹੀਂ ਖੁਸ਼ ਹੈਗੇ? ਕੋਈ ਚੀਜ਼ ਹੈਗੀ ਆ ਜਿਹੜੀ ਮਿਸਿੰਗ ਆ। ਤੇ ਜਦੋਂ ਮੈਨੂੰ ਉਸ ਚੀਜ਼ ਬਾਰੇ ਪਤਾ ਲੱਗਿਆ, ਫਿਰ ਮੈਨੂੰ ਥੋੜੀ ਬਹੁਤੀ ਸਮਝ ਲੱਗਣ ਲੱਗੀ ਕਿ ਵੀ ਕਿੰਨਾ ਵੱਡਾ ਕਮਾਲ ਗੁਰਬਾਣੀ 'ਚ ਆ, ਜਿਹਦੇ ਲਈ ਆਪਾਂ ਨੂੰ ਮਿਹਨਤ ਕਰਨੀ ਪਊਗੀ। ਇਟਸ ਨੋਟ ਗੋਨਾ ਫਾਲ ਇਨਟੂ ਆਰ ਲੈਪ, ਹਨਾ। ਜੇ ਆਪਾਂ ਮਿਹਨਤ ਨਹੀਂ ਕਰੂੰਗੇ, ਸਿੱਖੂਗੇ ਨਹੀਂ, ਤੇ ਪਤਾ ਨਹੀਂ ਲੱਗਣਾ। ਤੇ ਜਿਹੜੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਸੀਗਾ ਵੀ ਸਮਝ ਨਹੀਂ ਲੱਗਦੀ ਸੀਗੀ ਐਕਚੁਅਲੀ, ਹਨਾ, ਕਿ ਕੀ ਹੋ ਰਿਹਾ ਜ਼ਿੰਦਗੀ ਦੇ ਵਿੱਚ, ਮੇਰੇ ਨਾਲ ਹੀ ਕਿਉਂ ਏਦਾਂ ਹੋ ਰਿਹਾ। ਆਪਾਂ ਪਿਛਲੇ ਹਫ਼ਤੇ ਵੀ ਜਦੋਂ ਗੱਲ ਕਰ ਰਹੇ ਸੀ, ਮੈਂ ਚੀਜ਼ਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਬਾਕੀ ਸਾਰਿਆਂ ਦੇ ਘਰ ਪਰਿਵਾਰ ਲੱਗਦੇ ਸੀਗੇ ਵੀ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਸਾਡੇ ਘਰ 'ਚ ਹੀ ਆ, ਹਨਾ। ਤੇ ਇੱਕ ਗੁੱਸਾ ਵੀ ਆਉਂਦਾ ਆ, ਨਫ਼ਰਤ ਵੀ ਪੈਦਾ ਹੋਣ ਲੱਗ ਪੈਂਦੀ ਆ, ਹਨਾ, ਕਿਉਂਕਿ ਸਮਝ ਨਹੀਂ ਲੱਗਦੀ ਤੇ ਨਾ ਹੀ ਕਿਸੇ ਨੇ ਤੁਹਾਨੂੰ ਸਹੂਲਤ ਦਿੱਤੀ ਆ ਸਮਝਣ ਨੂੰ। ਤੇ ਮੈਂ ਜਦੋਂ 18 ਸਾਲਾਂ ਦੀ ਉਮਰ ਦੀ ਸੀਗੀ, ਉਦੋਂ ਮੈਂ ਲੰਡਨ ਆਈ ਆਪਣੀ ਯੂਨੀਵਰਸਿਟੀ ਦੀ ਸਟੱਡੀ ਦੇ ਲਈ। ਤੇ ਉਸ ਟਾਈਮ 'ਚ ਮੈਨੂੰ ਮਿਲੇ ਮੇਰੇ ਹੁਣ ਦੇ ਵਿਦਿਆ ਗੁਰੂ ਪ੍ਰੋਫੈਸਰ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਮੈਂ ਨਾਦ ਯੋਗੀ ਕਹਿੰਦੀ ਆ। ਕਿ ਨਾਦ ਉਹ ਆ ਕਿ ਕੋਈ ਵੀ ਤਰ੍ਹਾਂ ਦੀ ਆਵਾਜ਼, ਹਨਾ, ਤੇ ਇਹ ਲਫ਼ਜ਼ ਗੁਰਬਾਣੀ 'ਚ ਲਿਖੇ ਹੋਏ ਆ, ਨਾਦ ਵੀ ਲਿਖਿਆ, ਯੋਗ ਵੀ ਲਿਖਿਆ, ਕਿਸੇ ਕੰਮ ਜੋਗੇ ਹੋਣਾ, ਉਸ ਅੱਖਰ ਤੋਂ ਇਹ ਆਉਂਦਾ ਆ। ਜਦੋਂ ਤੁਸੀਂ ਆਪਣੀ ਸੁਰਤ ਨੂੰ ਸੰਭਾਲਣ ਜੋਗੇ ਹੋ ਜਾਂਦੇ ਆ, ਫਿਰ ਆਪਾਂ ਉਹ ਸਿੱਖੀ ਦੇ ਰਾਹ ਤੇ ਚੱਲਦੇ ਆ, ਉੱਤੇ ਤੁਰਦੇ ਆ। ਤੁਸੀਂ ਉਹਨਾਂ ਨੂੰ ਲਾਈਕ ਅਚਾਨਕ ਮਿਲੇ ਸੀਗੇ ਜਾਂ ਲਾਈਕ ਤੁਸੀਂ ਕੋਈ ਲਾਈਕ ਪ੍ਰੋਗਰਾਮ ਤੇ ਗਏ ਸੀਗੇ? ਲਾਈਕ ਸਾਨੂੰ ਬਿਕਾਜ਼ ਮੈਂ ਆਲਵੇਜ਼ ਕਿਊਰੀਅਸ ਹੁੰਦੀ ਆ ਜਦੋਂ ਲੋਕਾਂ ਦੇ ਐਕਸਪੀਰੀਅੰਸ ਹੁੰਦੇ ਆ ਕਿ ਆਪਾਂ ਪਿਛਲੇ ਵੀਕ ਜਿਵੇਂ ਗੱਲ ਕੀਤੀ, ਤੁਸੀਂ ਇੰਨੇ ਡਿਫਿਕਲਟ ਟਾਈਮ ਆਦੇ ਹਾਊਸ ਦੇ ਵਿੱਚ ਦੇਖਿਆ, ਉਹਦੇ ਉੱਤੇ ਤੁਹਾਡੇ ਫੈਮਿਲੀ ਦੇ ਉੱਤੇ ਕਿੰਨਾ ਵੱਡਾ ਅਸਰ ਆਇਆ, ਤੇ ਤੁਹਾਨੂੰ ਅੰਦਰੋਂ ਅੰਦਰ ਸੀਗਾ ਕਿ ਮੈਨੂੰ ਕੁਝ ਚਾਹੀਦਾ ਆ। ਆਈ ਥਿੰਕ ਅੰਦਰੋਂ ਅੰਦਰ ਤੁਹਾਡੀ ਖੁਆਇਸ਼ ਆ ਜਾਂਦੀ ਆ ਕਿ ਇਹ ਠੀਕ ਨਹੀਂ ਹੈਗਾ, ਮੈਨੂੰ ਮਦਦ ਦੀ ਲੋੜ ਆ। ਜਦ ਤੁਸੀਂ ਸਰਚ ਕਰ ਰਹੇ ਹੋ ਕਿ ਕੋਈ ਹੈਗਾ ਜਿਹੜੇ ਮੇਰੀ ਹੈਲਪ ਕਰੂਗਾ, ਸੋ ਆਈ ਥਿੰਕ ਯੂ ਨੋ ਅੰਡਰਸਟੈਂਡ ਕਰਨਾ ਚਾਹੁੰਦੀ ਹਾਂ ਕਿ ਤੁਹਾਡੇ ਪ੍ਰੋਫੈਸਰ ਸਾਹਿਬ ਸਾਨੂੰ ਕਿਵੇਂ ਮਿਲੇ। ਜਦੋਂ ਹਨਾ ਅੰਦਰੋਂ ਤੁਸੀਂ ਕੁਝ ਲੱਭਦੇ ਹੁੰਦੇ ਆ, ਜੇ ਭੁੱਖ ਹੋਵੇ, ਹਨਾ, ਤੇ ਫਿਰ ਇੱਕ ਇੱਛਾ ਹੁੰਦੀ ਆ, ਹਨਾ, ਇੱਕ ਖਿੱਚ ਹੁੰਦੀ ਆ, ਤੁਸੀਂ ਲੱਭਦੇ ਰਹਿੰਦੇ ਆ, ਖੋਜ ਕਰਦੇ ਰਹਿੰਦੇ ਆ। ਤੇ ਮੈਨੂੰ ਭੁੱਖ ਸੀਗੀ ਕਿ ਵੀ ਇਹਦਾ ਰਾਹ ਕੋਈ ਨਾ ਕੋਈ ਤੇ ਹੋਊਗਾ ਬਾਹਰ ਨਿਕਲਣ ਦਾ, ਵੀ ਜਿੱਥੇ ਮੈਂ ਬੈਠੀ ਆ, ਜਿੱਥੇ ਮੈਨੂੰ ਲੱਗਦਾ ਮੈਂ ਫਸੀ ਹੋਈ ਆ, ਵੀ ਇਹ ਚੋਂ ਨਿਕਲਣ ਦਾ ਰਾਹ ਜ਼ਰੂਰ ਹੋਊਗਾ। ਤੇ ਸਿੱਖੀ ਨਾਲ ਮੇਰਾ ਪ੍ਰੇਮ ਕਾਫੀ ਦੇਰ ਤੋਂ ਆਲਰੇਡੀ ਸੀਗਾ, ਜਿਵੇਂ ਮੈਂ ਦੱਸਿਆ ਸੀਗਾ, ਉਹ ਜੜ੍ਹਾਂ ਡੈਡੀ ਨੇ ਬੀਜਤੀਆਂ ਸੀਗੀਆਂ। ਤੇ ਮੈਂ ਜਦੋਂ ਯੂਨੀਵਰਸਿਟੀ ਆਈ ਸੀਗੀ, ਉਸ ਸਮੇਂ ਆ ਕੇ ਬੱਚੇ ਬਹੁਤ ਕੁਛ ਕਰਦੇ ਆ, ਹਨਾ, ਫਰੀਡਮ ਹੁੰਦੀ ਆ, ਯੂ ਨੋ, ਪਤਾ ਹੀ ਆ ਆਪਾਂ ਨੂੰ। ਪਰ ਮੇਰੀ ਜਿਹੜੀ ਸੀਗੀ ਸੋਚ
ਹੋਰ ਪਾਸੇ ਲੱਗੀ ਸੀਗੀ ਕਿ ਵੀ I need to find the answers. I Yeah. need to know how to deal with this. And my faith was so strong in Sikhi. I knew that that was where I was going to get my answers. ਤੇ ਕਈ ਸਾਰੇ ਲੋਕਾਂ ਨੂੰ ਮੈਂ ਮਿਲੀ ਹੋਈ ਸੀਗੀ, ਪਰ ਮੈਨੂੰ ਕਦੇ ਨਹੀਂ ਇਹ ਲੱਗਿਆ ਕਿ ਇਹਨਾਂ ਕੋਲ ਮੇਰੇ ਸਵਾਲਾਂ ਦੇ ਜਵਾਬ ਹੈਗੇ ਆ, ਕਿਉਂਕਿ ਮੈਂ ਇੱਕ ਅੱਧੇ ਸਵਾਲ ਪੁੱਛਣ ਤੋਂ ਬਾਅਦ ਉਹ ਮੈਨੂੰ ਚੁੱਪ ਕਰ ਦਿੰਦੇ ਸੀਗੇ ਵੀ ਇਦਾਂ ਦੀ ਚੀਜ਼ ਪੁੱਛੀ ਨਹੀਂ ਗਈ, ਹਨਾ। ਇਹ ਜਿਹੜੇ ਲੋਕਾਂ ਨੂੰ ਤੁਸੀਂ ਸਵਾਲ ਕਰ ਰਹੇ ਸੀ, ਇਹ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਸੀਗੇ ਜਿਵੇਂ ਹੋਰ ਐਂਡ ਉਹਦੇ ਨਾਲ ਵੀ ਮੇਰਾ ਇੱਕ ਹੋਰ ਕੁਐਸਚਨ ਹੈਗਾ ਆ ਕਿ ਤੁਸੀਂ ਇਹ ਥੈਰੇਪੀ ਲਾਈਕ ਆਈ ਥਿੰਕ ਮਿਊਜ਼ਿਕ ਨਾਲੋਂ ਸਿੱਖੀ ਦੇ ਇਲਾਵਾ ਤੁਸੀਂ ਕਦੇ ਹੋਰ ਮੈਂਟਲ ਹੈਲਥ ਸਰਵਿਸਿਜ਼ ਜਾਂ ਕਾਉਂਸਲਿੰਗ ਸਪੋਰਟ ਕਦੇ ਅਪਰੋਚ ਕੀਤੀ? ਮੈਂ ਜਦੋਂ ਛੋਟੀ ਸੀਗੀ ਆਈ ਥਿੰਕ ਸਕੂਲੇ ਜਦੋਂ ਪੜ੍ਹਦੀ ਸੀਗੀ ਉਦੋਂ ਟੀਚਰਾਂ ਨੇ ਮੈਨੂੰ ਇੱਕ ਵਾਰੀ ਜਿੱਦਾਂ ਜ਼ਬਰਦਸਤੀ ਕਹਿ ਲਓ ਕਿਹਾ ਸੀਗਾ ਸਕੂਲ ਕਾਉਂਸਲਰ ਨਾਲ ਗੱਲ ਕਰਨੀ ਪੈਣੀ ਆ, ਪਰ ਉਹ 1-2 ਸੈਸ਼ਨ ਹੋਏ ਸੀਗੇ ਤੇ ਉਹ ਵਿਚਾਰੀ ਉਹ ਮੇਰੇ ਤੋਂ ਜ਼ਿਆਦਾ ਪਰੇਸ਼ਾਨ ਹੋ ਗਈ ਮੇਰੀਆਂ ਗੱਲਾਂ ਸੁਣ ਕੇ, ਤੇ ਫਿਰ ਮੈਂ ਉੱਥੇ ਹੀ ਸੋਚ ਲਿਆ ਕਿ ਵੀ ਇੱਥੇ ਨਹੀਂ ਗੱਲ ਫਬਣੀ ਮੇਰੀ, ਹਨਾ। ਸੋ ਉਸ ਕਰਕੇ ਖੋਜ ਕਰਦੀ ਸੀਗੀ ਮੈਂ, ਤੇ ਜਿਨ੍ਹਾਂ ਨੂੰ ਮੈਂ ਮਿਲ ਰਹੀ ਸੀਗੀ ਹਾਂਜੀ ਉਹ ਸਿੱਖ ਬੈਕਗਰਾਉਂਡ ਦੇ ਸੀਗੇ, ਜਿਨ੍ਹਾਂ ਨੂੰ ਆਪਾਂ ਵਿਦਵਾਨ ਕਹਿ ਸਕਦੇ ਜਾਂ ਵੱਡੇ ਗੁਰੂ ਘਰਾਂ 'ਚ ਸੇਵਾ ਕਰਦੇ ਸੀਗੇ, ਹਿਸਟੋਰੀਅਨ ਸੀਗੇ ਜਾਂ ਗ੍ਰੰਥੀ ਸਾਹਿਬ ਸੀਗੇ ਜਾਂ ਜਿਹੜੇ ਸੰਥਿਆ ਸਿਖਾਉਣ ਵਾਲੇ ਉੱਥੇ ਬੈਠੇ ਸੀਗੇ ਟੀਚਰ, ਹਨਾ। the people that we would look up to, ਮੈਂ ਉਹਨਾਂ ਕੋਲ ਜਾ ਰਹੀ ਸੀਗੀ ਇਹ ਸਵਾਲ ਕਰਨ ਨੂੰ, ਹਨਾ, ਕਿਉਂਕਿ ਸ਼ਾਇਦ ਉਹਨਾਂ ਕੋਲ ਜਵਾਬ ਹੋਣ ਪਰ ਉਹਨਾਂ ਕੋਲ ਹੈ ਨਹੀਂ ਸੀ। ਤੇ ਜਦੋਂ ਮੈਂ ਪ੍ਰੋਫੈਸਰ ਸਾਹਿਬ ਨੂੰ ਮਿਲੀ, ਅਚਾਨਕ ਮਿਲੀ, ਕਿਉਂਕਿ ਉਸ ਟਾਈਮ ਤੱਕ ਮੈਂ ਥੱਕ ਗਈ ਸੀਗੀ ਵੀ ਸ਼ਾਇਦ ਮੈਨੂੰ ਹੀ ਲੱਗਦਾ ਮੈਨੂੰ ਹੀ ਭੁਲੇਖਾ ਆ, ਹਨਾ। ਮੇਰੀ ਸਹੇਲੀ ਸਿੱਖਦੀ ਸੀਗੀ ਪ੍ਰੋਫੈਸਰ ਜੀ ਹੁਣਾਂ ਕੋਲੋਂ ਇੱਥੇ ਸਾਊਥਫੁਲ ਦੇ ਵਿੱਚ, ਤੇ ਮੈਂ ਉਹਨੂੰ ਮਿਲਣ ਗਈ ਸੀਗੀ ਕਲਾਸ ਤੋਂ ਬਾਅਦ। ਉਹਦੇ ਬਹਾਨੇ ਮੈਂ ਕਲਾਸ 'ਚ ਆ ਗਈ ਤੇ ਉਸ ਤੋਂ ਬਾਅਦ ਫਿਰ ਵਿਚਾਰ ਸਾਡੀ ਸ਼ੁਰੂ ਹੋਈ ਮੇਰੀ ਪ੍ਰੋਫੈਸਰ ਸਾਹਿਬ ਹੋਰਾਂ ਨਾਲ, ਹਨਾ। ਤੇ ਉਹਨਾਂ ਨੇ ਜਦੋਂ ਮੈਨੂੰ ਸਮਝਾਇਆ ਕਿ ਵੀ ਸਿੱਖਾਂ ਕੋਲ ਸਾਰਾ ਕੁਛ ਆ, ਹਨਾ, ਜੇ ਤੂੰ ਸਿੱਖਣ ਨੂੰ ਤਿਆਰ ਆ, ਤੂੰ ਇਸ ਰਾਹ ਤੇ ਚੱਲਣ ਨੂੰ ਤਿਆਰ ਆ, ਹਨਾ, ਮਿਹਨਤ ਕਰਨ ਨੂੰ ਰਾਜੀ ਆ, ਤੇ ਫਿਰ ਗੁਰੂ ਸਾਹਿਬ ਸਾਰੇ ਰੋਗ ਦੂਰ ਕਰ ਸਕਦੇ ਨੇ, ਪਰ ਅੰਦਰੋਂ ਭਰੋਸਾ ਹੋਣਾ ਜ਼ਰੂਰੀ ਆ। ਭਰੋਸਾ ਤੇ ਆਪਣੇ ਸਾਰਿਆਂ 'ਚ ਹੈਗਾ ਆ, ਹਨਾ, ਵਿਸ਼ਵਾਸ ਗੁਰੂ ਸਾਹਿਬ 'ਚ ਹੈਗਾ ਆ, ਪਰ ਖੁਦ ਦੇ ਵਿੱਚ ਨਹੀਂ ਹੁੰਦਾ। ਆਪਾਂ ਖੁਦ ਦੇ ਵਿੱਚ ਨਹੀਂ ਭਰੋਸਾ ਰੱਖਦੇ ਕਿ ਵੀ ਮੇਰੇ 'ਚ ਹਿੰਮਤ ਹੈਗੀ ਆ ਇਹਨਾਂ ਦੁੱਖਾਂ ਤੋਂ ਦੂਰ ਹੋਣ ਲਈ। ਤੇ ਸਭ ਤੋਂ ਪਹਿਲਾ ਸਟੈਪ ਇਹੀ ਸੀ, ਉਹ ਕਹਿੰਦੇ do you believe in yourself? Do you have the courage to get through this? ਤੇ ਉੱਥੇ ਮੈਂ ਸੋਚਿਆ I'm not sure। ਉਹ ਕਹਿੰਦੇ ਇੱਥੇ ਹੀ ਪ੍ਰੋਬਲਮ ਆ, ਜਦੋਂ ਤੁਸੀਂ ਖੁਦ ਦੇ ਵਿੱਚ ਨਹੀਂ ਵਿਸ਼ਵਾਸ ਰੱਖਦੇ ਤੇ ਰੱਬ ਦੇ ਉੱਤੇ ਸਾਰੀ ਜ਼ਿੰਮੇਵਾਰੀ ਸਿੱਟ ਦਿੰਦੇ ਆ ਕਿ ਵੀ ਰੱਬ ਜੀ ਮੇਰੇ ਪ੍ਰੋਬਲਮ ਤੁਹਾਡੇ ਪ੍ਰੋਬਲਮ ਹੈ, ਤੁਸੀਂ ਉਹਨਾਂ ਨੂੰ ਦੂਰ ਕਰ ਦਿਓ ਪਰ ਮੈਂ ਨਹੀਂ ਕੋਈ ਮਿਹਨਤ ਕਰਨੀ, ਹਨਾ। ਇਸ ਐਟੀਟਿਊਡ ਨੂੰ ਬਦਲਣਾ ਬਹੁਤ ਜ਼ਰੂਰੀ ਆ। ਤੇ ਉਹਨਾਂ ਨੇ ਉਸ ਸਮੇਂ ਮੇਰੀ ਐਟੀਟਿਊਡ ਬਦਲੀ ਪਹਿਲੋਂ। ਫਿਰ ਉਹਨਾਂ ਨੇ ਮੈਨੂੰ ਸਮਝਾਇਆ ਕਿ ਵੀ ਜਿਹੜੇ ਉਸ ਸਮੇਂ ਦੇ ਸਿੱਖ ਸੀਗੇ, ਆਪਾਂ ਇਤਿਹਾਸ ਦੇ ਵਿੱਚ ਜਦੋਂ ਪੜ੍ਹਦੇ ਹਾਂ ਉਹਨਾਂ ਕਿੰਨਿਆਂ ਨੂੰ ਹਾਰਟ ਡਿਜ਼ੀਜ਼ ਸੀਗੀ ਜਾਂ ਡਾਇਬੀਟੀਜ਼ ਜਾਂ ਉਹਨਾਂ ਨੂੰ ਕੈਂਸਰ ਹੋਇਆ ਜਾਂ ਆਹ ਸਾਰੇ ਰੋਗ ਜਿਹੜੇ ਹੁਣ ਆਮ ਆ, ਆਪਾਂ ਕਿਉਂ ਨਹੀਂ ਪੜ੍ਹਦੇ ਇਹਨਾਂ ਚੀਜ਼ਾਂ ਬਾਰੇ। ਰੋਗ ਹੁੰਦੇ ਸੀ ਕਈ ਤਰ੍ਹਾਂ ਦੇ, ਵੈਦ ਵੀ ਹੁੰਦੇ ਸੀਗੇ ਤੇ ਦਵਾਈਆਂ ਵੀ ਹੁੰਦੀਆਂ ਸੀਗੀਆਂ, ਪਰ ਦਵਾਈਆਂ ਹੁੰਦੀਆਂ ਸੀਗੀਆਂ ਆਯੁਰਵੈਦਿਕ ਜਿਹੜੀਆਂ ਧਰਤੀ ਤੋਂ ਹੀ ਆਉਂਦੀਆਂ, ਕਿਉਂਕਿ ਆਪਾਂ ਵੀ ਧਰਤੀ ਤੋਂ ਹੀ ਆਏ ਆ। ਸੋ ਉਹੀ ਚੀਜ਼ਾਂ ਸਾਡੇ ਲਈ ਕਾਮਯਾਬ ਹੋਣੀਆਂ ਆ। ਜੇ ਆਪਾਂ ਉਹਨਾਂ ਚੀਜ਼ਾਂ ਨਾਲ ਜੁੜ ਜਾਈਏ ਤੇ ਸਾਡਾ ਸਾਰਾ ਕੁਛ ਹੀ ਬਦਲ ਜਾਵੇ। ਤੇ ਮੈਂ ਉੱਥੇ ਬੈਠੀ ਹੈਰਾਨ, I was like how does this relate to me, ਹਨਾ, ਵੀ ਮੈਂ ਤੇ ਇੱਥੇ ਇੰਗਲੈਂਡ ਦੀ ਜੰਮੀ ਪਲੀ ਆ, ਮੇਰਾ ਵੈਦ ਡਾਕਟਰ ਆ GP, ਉਹਦੇ ਕੋਲ ਜਾਈਦਾ ਆ, ਉਹ ਪਰਚੀ ਲਿਖਦਾ ਆ ਤੇ ਫਿਰ ਦੁਕਾਨ ਤੋਂ ਜਾ ਕੇ ਦਵਾਈ ਖਰੀਦ ਕੇ ਬਸ ਵੀ ਤੁਸੀਂ ਕਿਉਂ ਨਹੀਂ ਮੈਨੂੰ ਏਦਾਂ ਦੀ ਦਵਾਈ ਦੇ ਸਕਦੇ, ਹਨਾ। ਮੈਂ ਇੱਕ ਗੱਲ ਦਵਾਈ ਬਾਰੇ ਵੀ ਕਹਿਣਾ ਚਾਹੁੰਦੀ ਆ, ਬਿਕਾਜ਼ ਆਈ ਥਿੰਕ ਈਵਨ ਮਾਨਸਿਕ ਸਿਹਤ ਦੇ ਵਿੱਚ ਜਸਮੀਤ ਵੀ ਹੁਣੇ ਕਲੀਨਿਕ ਦੇ ਵਿੱਚ ਕੰਮ ਕਰਦੀ ਆ, ਸੋ ਥੋੜਾ ਜਿਹਾ ਐਕਸਪੀਰੀਅੰਸ ਬਾਰੇ ਦੱਸ ਸਕਦੀ ਆ। ਪਰ ਜਿਹੜਾ ਤੁਸੀਂ ਇਹ ਕਿਹਾ ਕਿ ਆਪਾਂ ਖੁਦ ਕੰਮ ਨਹੀਂ ਕਰਨਾ ਚਾਹੁੰਦੇ, ਆਪਾਂ ਚਾਹੁੰਦੇ ਆ ਅਸੀਂ ਕੋਈ ਈਜ਼ੀਲੀ ਕੋਈ ਬਾਹਰੋਂ ਚੀਜ਼ ਲੈ ਲਈਏ, ਦਵਾਈ ਰਾਈਟ, ਸੋ ਦਵਾਈ ਬਾਰੇ ਗੱਲ ਕਰ ਰਹੇ ਹਾਂ, ਦਵਾਈ ਲੈ ਕੇ ਸਾਰੀਆਂ ਸਾਡੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਪਰ ਜਿਹੜਾ ਤੁਸੀਂ ਇਹ ਕਿਹਾ ਇੱਕ ਪ੍ਰੋਬਲਮ ਆਪਣੇ ਕਮਿਊਨਿਟੀ ਦੇ ਵਿੱਚ ਹੈਗੀ, ਆਪਣੇ ਸੋਚ ਦੇ ਵਿੱਚ ਹੈਗੀ ਆ, ਆਪਾਂ ਨੂੰ ਆਪਦੇ ਬਾਰੇ ਵਧੀਆ ਸੋਚਣ ਦਾ ਸਿਸਟਮ ਨਹੀਂ ਬਣਿਆ ਹੋਇਆ। ਆਪਾਂ ਆਲਵੇਜ਼ ਆਪਾਂ ਸੇਵਾ ਦੀ ਗੱਲ ਕਰਦੇ ਹਾਂ, ਕਮਿਊਨਿਟੀ ਦੇ ਵਿੱਚ ਲੋਕਾਂ ਦੀ ਸੇਵਾ ਕਰੋ, ਲੋਕਾਂ ਦੀ ਮਦਦ ਕਰੋ, ਪਰ ਇਹਦੇ ਵਿੱਚ ਤੁਸੀਂ ਆਪਦੀ ਮਦਦ ਵੀ ਕਰੋ, ਤੁਸੀਂ ਆਪਦਾ ਵੀ ਧਿਆਨ ਰੱਖੋ, ਤੁਸੀਂ ਆਪਦੀ ਸੋਚ ਵੀ ਬਦਲੋ।
ਸਾਨੂੰ ਆਪਦੇ ਵਿੱਚ ਹਿੰਮਤ ਵੀ ਹੋਣੀ ਚਾਹੀਦੀ ਹੈ। ਸੋ ਜਿਹੜੇ ਵੀ ਅੱਜ ਵਿਊਅਰਸ ਦੇਖ ਰਹੇ ਆ, ਫੈਮਲੀਜ਼ ਹੈਗੇ ਆ, ਬੱਚਿਆਂ ਨੂੰ ਛੋਟੀ ਉਮਰ ਤੋਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ courage ਬਾਰੇ, bravery ਬਾਰੇ, ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ, ਉਹਨਾਂ ਦੀ resilience build ਕਰਨੀ ਚਾਹੀਦੀ ਆ। ਪਰ ਕੱਲੀ ਚੀਜ਼, ਜੇ ਤੁਸੀਂ ਕੁਝ ਵੀ ਚੇਂਜ ਕਰਨਾ ਚਾਹੁੰਦੇ ਆ, ਜਿਵੇਂ ਤੁਸੀਂ ਕਿਹਾ ਤੁਸੀਂ ਵੀ ਕਲਾਸ ਦੇ ਵਿੱਚ ਗਏ ਸੀਗੇ ਕਿ ਸਾਨੂੰ ਆਪ ਲਈ ਕੰਮ ਕਰਨਾ ਪੈਂਦਾ। You have to put the work in. ਬਹੁਤ easy ਆਪਾਂ ਲੋਕਾਂ ਵੱਲ ਦੇਖਦੇ ਆ ਕਿ ਹਾਂ like you know ਉਹ person ਨੂੰ ਆ ਹੋਇਆ ਸੀਗਾ, hard time ਦੇ ਵਿੱਚ ਸੀਗੇ, ਹੁਣ ਕਿੰਨੇ ਖੁਸ਼ ਲੱਗਦੇ ਆ। ਪਰ ਸਾਨੂੰ ਕੀ ਪਤਾ ਉਹ person ਕਿੰਨੇ ਵਜੇ ਉੱਠਦੇ ਆ, ਕਿੰਨਾ time ਦਿਨ ਦੇ ਵਿੱਚ ਆਦੇ ਮਾਨਸਿਕ ਸਿਹਤ ਜਾਂ body health ਦੇ ਵਿੱਚ spend ਕਰਦੇ ਆ। ਜਾਂ even ਹੁਣ ਜਿਵੇਂ ਤੁਸੀਂ you know ਆਦੇ experience ਬਾਰੇ ਦੱਸੋਗੇ, ਤੁਸੀਂ ਇਹ path ਤੇ ਕਿਵੇਂ ਆਏ, ਸਾਨੂੰ ਕਿੰਨਾ effort ਪਾਉਣਾ ਪੈਂਦਾ ਇਹ ਚੀਜ਼ ਸਿੱਖਣ ਬਾਰੇ, ਪ੍ਰੈਕਟਿਸ ਕਰਨ ਬਾਰੇ every single day. And ਜਿੱਦਾਂ ਤੁਸੀਂ ਕਹਿੰਦੇ ਸੀਗੇ ਕਿ ਅਸੀਂ you know ਕਹਿੰਦੇ ਕਿ ਓਕੇ ਸਭ ਕੁਝ ਰੱਬ ਦੇ ਹਵਾਲੇ, I think mental health ਦੇ ਵਿੱਚ ਵੀ ਅਸੀਂ ਇਹ ਦੇਖਿਆ ਆ। ਜੇ ਅਸੀਂ ਆਪਣੀ you know ਪੰਜਾਬੀ ਕਮਿਊਨਿਟੀ ਬਾਰੇ ਗੱਲ ਕਰੀਏ ਕਿ ਜਿੱਦਾਂ ਪਿਛਲੇ ਹਫਤੇ ਵੀ ਅਸੀਂ ਕਹਿ ਰਹੇ ਸੀਗੇ sometimes ਅਸੀਂ ਲੋਕਾਂ ਨੂੰ ਦਬਾ ਦਿੰਦੇ ਆ ਕਿ ਕੁਝ ਨਹੀਂ ਹੈਗਾ, ਤੁਸੀਂ ਠੀਕ ਹੋ ਜਾਣਾ, ਪਾਠ ਕਰੋ। Of course ਅਸੀਂ ਕਹਿੰਦੇ ਕਿ spirituality ਦਾ ਬਹੁਤ ਹੀ important ਕੰਪੋਨੈਂਟ ਹੈਗਾ ਆ ਤੁਹਾਡੇ ਲਾਈਫ ਦੇ ਵਿੱਚ, ਤੁਹਾਡੀ ਫਿਜ਼ੀਕਲ ਮੈਂਟਲ ਹੈਲਥ ਦੇ ਵਿੱਚ। ਪਰ ਅਸੀਂ ਜਿੱਦਾਂ ਤੁਸੀਂ ਕਹਿ ਰਹੇ ਸੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੁਝ ਨਹੀਂ ਕਰਨਾ ਤੇ ਰੱਬ ਆਪੇ ਸਭ ਕੁਝ ਠੀਕ ਕਰ ਦੂਗਾ। ਐਂਡ ਪਿਛਲੇ ਹਫ਼ਤੇ ਵੀ ਮਨੀਤ ਨੇ ਕਿਹਾ ਸੀ ਕਿ sometimes you know God comes to us in different forms, ਜੇ ਉਹ ਡਾਕਟਰ ਹੋਵੇ, therapist ਹੋਵੇ, you know social worker ਹੋਵੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਸਾਨੂੰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ, ਕਿ ਸਾਨੂੰ ਵੀ ਐਫਰਟ ਪਾਉਣੀ ਚਾਹੀਦੀ ਆ। ਐਂਡ ਜੇ ਕੋਈ ਪ੍ਰੋਫੈਸ਼ਨਲ ਹੈਗਾ ਆ ਉਹ ਵੀ ਰੱਬ ਦਾ ਰੂਪ ਹੋ ਸਕਦੇ ਆ, they are here to help us as well. ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਪੂਰੀ ਸਹਿਮਤ ਆ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਵਰਤਣ ਦੇ ਵਿੱਚ ਕੋਈ ਸਾਨੂੰ ਸ਼ਰਮ ਨਹੀਂ ਮਹਿਸੂਸ ਹੋਣੀ ਚਾਹੀਦੀ। ਜੇ ਮਦਦ ਚਾਹੀਦੀ ਹੈ ਤੇ ਮਦਦ ਲਓ, ਹਨਾ। ਮੈਂ ਉਸ ਸਮੇਂ ਦੀ ਗੱਲ ਕਰਦੀ ਸੀਗੀ ਜਦੋਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ, ਹਨਾ। ਉਹਨਾਂ ਵੇਲਿਆਂ ਦੇ ਵਿੱਚ ਜਦੋਂ ਆਪਾਂ ਸਿੱਖੀ ਬਾਰੇ ਪੜ੍ਹਦੇ ਆ, ਗੁਰੂਆਂ ਬਾਰੇ ਪੜ੍ਹਦੇ ਆ ਜਾਂ ਸਿੱਖਦੇ ਆ, ਹਨਾ, ਤੇ ਉਹਨਾਂ ਦਾ ਜਿਹੜਾ ਬਲ ਸੀਗਾ, ਸਰੀਰਕ ਬਲ ਤੇ ਇੱਕ ਜਿਹੜੀ ਸਥਿਤੀ ਹੁੰਦੀ ਆ, state of mind, ਹਨਾ, of ਵੀਰ ਰਸ। This is a state of consciousness ਕਿ ਹੋਸ਼ ਦੇ ਵਿੱਚ ਤੁਹਾਨੂੰ ਪਤਾ ਆ ਕਿ ਤੁਸੀਂ ਦੋਨੋਂ ਹੀ ਮੂਲ ਸਾਂਭਣੇ ਆ, ਹਨਾ, ਸੰਤ ਦਾ ਵੀ ਤੇ ਸਿਪਾਹੀ ਦਾ ਵੀ, ਹਨਾ। ਤੇ ਇਹ ਅੱਜ ਦੇ ਸਮੇਂ 'ਚ ਸਾਡੇ ਲਈ ਵੀ ਰੈਲੇਵੈਂਟ ਹੈਗੀ ਇਹ ਚੀਜ਼। ਸੋ ਜਦੋਂ ਪ੍ਰੋਫੈਸਰ ਸਾਹਿਬ ਮੇਰੇ ਨਾਲ ਇਹ ਗੱਲਾਂ ਕਰ ਰਹੇ ਸੀਗੇ ਕਿ ਉਹਨਾਂ ਦੀ ਸੁਰਤ ਕਿੱਦਾਂ ਘੜੀ, ਤੇ ਮੈਂ ਕਿਹਾ ਮੈਨੂੰ ਪਤਾ ਨਹੀਂ, ਟ੍ਰੇਨਿੰਗ ਉਹਨਾਂ ਦੀ ਹੋਈ ਹੋਊਗੀ, ਹਨਾ। ਪਰ ਜਿਹੜਾ ਸਪੋਰਟ ਸਿਸਟਮ ਸੀਗਾ ਪਰਿਵਾਰ ਦਾ, ਹਨਾ, everybody individually was capable and strong, ਹਨਾ। ਇਹ ਨਹੀਂ ਸੀਗਾ ਕਿ ਕਈ ਸੀਗੇ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਸੀਗੇ ਤਕੜੇ, ਸਾਰੇ ਹੀ ਸੀਗੇ, ਔਰਤਾਂ ਵੀ, ਆਦਮੀ ਵੀ, ਬੱਚੇ ਵੀ, ਵੱਡੇ ਵੀ, ਸਾਰੇ ਇਕੁਅਲੀ। ਤੇ ਉਹ ਚੀਜ਼ ਹੁਣ ਕਿਉਂ ਨਹੀਂ ਹੈਗੀ? ਤੇ ਮੈਂ ਕਿਹਾ ਮੈਨੂੰ ਪਤਾ ਨਹੀਂ। ਸੋ ਉਹ ਮੈਨੂੰ ਪੁੱਛ ਰਹੇ ਸੀਗੇ, ਹਨਾ, ਮੇਰੇ ਸਮਝਣ ਦੇ ਲਈ ਕਿ ਵੀ ਕਿੱਥੇ ਇਹ ਕਨੈਕਸ਼ਨ ਟੁੱਟ ਗਈ। ਤੇ ਉਸ ਸਮੇਂ ਬਹੁਤ ਸਾਰੀਆਂ ਟ੍ਰੈਡੀਸ਼ਨਸ ਸੀਗੀਆਂ ਜਿਹੜੀਆਂ ਕਿ ਹੁਣ ਆਪਾਂ ਉਹਨਾਂ ਨੂੰ ਬਹੁਤ ਕੈਜੂਅਲੀ ਲੈਂਦੇ ਆ। ਹਰ ਇੱਕ ਸਿੱਖ ਸਹਿਜ ਪਾਠ ਕਰਦਾ ਸੀਗਾ, ਹਰ ਇੱਕ ਸਿੱਖ। ਈਵਨ ਕਿ ਜੇ ਤੁਸੀਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਕਰਨਾ, ਪਰ ਤੁਸੀਂ ਬੈਠ ਕੇ ਆਰਾਮ ਨਾਲ ਖੁਦ ਗੁਰੂ ਸਾਹਿਬ ਦੇ ਨਾਲ ਬੈਠ ਕੇ ਤੁਸੀਂ ਪੜ੍ਹਨਾ, ਤੁਸੀਂ ਸਿੱਖਣ ਨੂੰ ਬੈਠੇ ਆ। ਤੁਸੀਂ ਯੂਨੀਵਰਸਿਟੀ ਗਏ ਤੋਂ ਬਿਨਾਂ ਡਿਗਰੀ ਨਹੀਂ ਤੁਹਾਨੂੰ ਮਿਲ ਸਕਦੀ, ਰਾਈਟ? ਜੇ ਤੁਸੀਂ ਕਲਾਸ 'ਚ ਨਹੀਂ ਬੈਠੇ ਤੇ ਇਮਤਿਹਾਨ ਨਹੀਂ ਦਿੱਤਾ। ਸਿੱਖੀ ਵੀ ਸਾਡੀ ਉੱਦਾਂ ਹੀ ਆ। ਤੇ ਉਹਨਾਂ ਨੇ ਮੈਨੂੰ ਇਹ ਚੀਜ਼ ਸਮਝਾਈ ਕਿ ਵੀ ਜੇ ਮੈਂ ਗੁਰੂ ਸਾਹਿਬ ਤੋਂ ਉਹ ਗੁਣ ਲੈਣਾ ਚਾਹੁੰਦੀ ਆ, ਆਪਣੇ ਦੁੱਖ ਦੂਰ ਕਰਨਾ ਚਾਹੁੰਦੀ ਆ ਗੁਰਬਾਣੀ ਰਾਹੀਂ, ਤੇ ਫਿਰ ਮੈਨੂੰ ਕਲਾਸ 'ਚ ਆ ਕੇ ਬੈਠਣਾ ਪੈਣਾ, ਪੈਨ ਪੇਪਰ ਲੈ ਕੇ ਸਿੱਖਣ ਨੂੰ ਰਾਜੀ ਹੋਣਾ ਜ਼ਰੂਰੀ ਆ। ਤੇ ਖੁਦ ਦੀ ਜ਼ਿੰਦਗੀ ਦੇ ਵਿੱਚ ਖੋਜ ਕਰਨੀ, ਉਹਨਾਂ ਚੀਜ਼ਾਂ ਦੇ ਨਾਲ ਮੇਲ ਬਣਾਉਣਾ। ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 60 ਰਾਗ ਦਰਜ ਆ, 60 ਰਾਗ ਦਾ ਮਤਲਬ ਹੈਗਾ ਅਹਿਸਾਸ। ਹਰ ਇੱਕ ਜਿਹੜੇ ਇਹ 60 ਰਾਗ ਹੈਗੇ ਆ, ਤੁਸੀਂ ਦੋਨੋਂ ਨੇ ਤੇ ਸਾਰੇ ਜਿਹੜੇ ਆਪਣੇ ਸਰੋਤੇ ਸੁਣਦੇ ਆ, ਆਪਣੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਵਾਰੀ ਹੰਡਾਏ ਹੋਣੇ ਆ, ਹਜ਼ਾਰਾਂ ਹੀ ਵਾਰੀ। ਪਰ ਸਿਰਫ ਤੁਹਾਨੂੰ ਉਹ ਭਾਸ਼ਾ ਨਹੀਂ ਪਤਾ। ਜੇ ਤੁਸੀਂ ਸਪੈਨਿਸ਼ ਨਹੀਂ ਬੋਲਦੇ ਤੁਸੀਂ ਸਮਝ ਨਹੀਂ ਸਕਦੇ, ਹਨਾ। ਸੋ ਇਹਨੂੰ ਤੁਸੀਂ ਉੱਦਾਂ ਹੀ ਸਮਝ ਲਓ ਕਿ ਇੱਕ ਨਵੀਂ ਭਾਸ਼ਾ ਆਪਾਂ ਸਿੱਖਣੀ ਆ ਸਾਡੇ ਅਹਿਸਾਸਾਂ ਦੀ।
ਕਿ ਜਦੋਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਆ, ਤੇ ਤੁਸੀਂ ਸਭ ਤੋਂ ਖੁਸ਼ ਸੀਗੇ ਕਦੇ ਵੀ, ਜੇ ਤੁਸੀਂ ਇੱਕ ਸਮਾਂ ਚੁਣੋ ਆਪਣੀ ਜ਼ਿੰਦਗੀ 'ਚ, ਉਹਦੇ ਤੇ ਉੱਤੇ ਆਪਾਂ ਲੇਬਲ ਲਾ ਦੇਣਾ ਹੁਣ ਬਿਲਾਵਲ, ਇਹ ਇੱਕ ਰਾਗ ਆ ਸੱਠਾਂ 'ਚੋਂ। ਜਦੋਂ ਤੁਹਾਨੂੰ ਪਿਆਰ ਦੀ ਡੂੰਘਾਈ ਮਹਿਸੂਸ ਹੋਈ, ਮਾਪਿਆਂ ਨਾਲ, ਭੈਣਾਂ ਭਰਾਵਾਂ ਨਾਲ, ਆਪਣੇ ਪਾਰਟਨਰ ਦੇ ਨਾਲ, ਜਿਹਦੇ ਨਾਲ ਵੀ, ਹੈ ਉਹ ਜਦੋਂ ਜਾਨਵਰ ਤੋਂ ਵੀ ਹੋ ਸਕਦਾ, ਜਿਸ ਤਰ੍ਹਾਂ ਵੀ ਮਰਜ਼ੀ, ਜਦੋਂ ਵੀ ਤੁਹਾਨੂੰ ਉਹ ਪਿਆਰ ਮਹਿਸੂਸ ਹੋਇਆ, ਤੇ ਤੁਸੀਂ ਮਾਈਂਡ ਦੇ ਵਿੱਚ ਸੋਚ ਲਓ ਕਿ ਇੱਕ ਸਮਾਂ ਆਹਾ, ਬਹੁਤ ਸਾਰੇ ਸਮੇਂ ਹੈਗੇ ਆ, ਪਰ ਹਜੇ ਆਪਾਂ ਇੱਕ ਕਲਾਸਰੂਮ ਦੇ ਵਿੱਚ ਆਪਾਂ ਇੱਕ ਚੁਣਨਾ ਆ, ਕੰਟੈਕਸਟ ਲਿਆਉਣ ਨੂੰ। ਉਹਦੇ ਉੱਤੇ ਤੁਸੀਂ ਸੂਹੀ ਲਿਖ ਦਿਓ, ਉਹ ਵੀ ਇੱਕ ਰਾਗ ਆ ਸੱਠਾਂ 'ਚੋਂ। ਜਦੋਂ ਤੁਸੀਂ 60 ਰਾਗਾਂ ਦੇ ਨਾਲ ਇੱਦਾਂ ਆਪਣੀ ਖੁਦ ਦੀ ਜ਼ਿੰਦਗੀ ਦੇ ਵਿੱਚੋਂ ਐਕਸਪੀਰੀਐਂਸਿਸ ਜੋੜਤੇ, ਜਦੋਂ ਤੁਸੀਂ ਬੈਠ ਕੇ ਹੁਣ ਸ਼ਬਦ ਕੋਈ ਵੀ ਸੁਣੋਗੇ ਉਸ ਰਾਗ ਦੇ ਵਿੱਚ, ਇਮੀਡੀਏਟਲੀ ਤੁਹਾਡਾ ਮਨ ਕਹਿੰਦਾ ਹਾਂ ਮੈਨੂੰ ਪਤਾ ਆ। ਜਿੱਦਾਂ ਜਾਣ ਪਛਾਣ ਹੁੰਦੀ ਹੈ, ਜਿੱਦਾਂ ਸਾਡੀ ਇੱਕ ਜਾਣ ਪਛਾਣ ਹੈਗੀ ਆ, ਅਪਣੱਤ ਹੈਗੀ ਆ, ਉਹੋ ਹੀ ਅਪਣੱਤ ਪੈਦਾ ਕਰਨੀ ਗੁਰੂ ਸਾਹਿਬ ਦੇ ਨਾਲ ਤੇ ਗੁਰਬਾਣੀ ਦੇ ਨਾਲ, from your lived experience, ਜਿਹੜਾ ਤੁਸੀਂ ਹੰਡਾਇਆ ਆਪਣੀ ਜ਼ਿੰਦਗੀ ਦੇ ਵਿੱਚ, ਦੁੱਖ ਜਾਂ ਸੁੱਖ ਜਾਂ ਜੋ ਵੀ ਹੈਗਾ, ਉਹਨੂੰ ਜਦੋਂ ਤੁਸੀਂ ਨਾਲ ਜੋੜੋਗੇ, ਉਹ ਇੱਕ ਪਹਿਲਾ ਕਦਮ ਆ। ਫਿਰ ਸ਼ਬਦ ਦੇ ਨਾਲ ਜੁੜਨਾ, ਐਂਡ ਦੈਨ ਉਹ ਤੋਂ ਅੱਗੇ ਜਿਹੜਾ ਇੱਕ ਲੈਵਲ ਹੈਗਾ ਆ, ਜਦੋਂ ਤੁਸੀਂ ਸਾਜ਼ ਆਪਣੇ ਮੋਢੇ ਤੇ ਰੱਖ ਕੇ, ਗੁਰੂ ਸਾਹਿਬ ਦੇ ਬਣਾਏ ਜਿਹੜੇ ਤਾਂਤੀ ਸਾਜ਼ ਹੈਗੇ ਆ, ਤੇ ਖੁਦ ਅੰਦਰੋਂ ਦੇ ਜਿਹੜੀ ਤੁਹਾਡੀ ਇੱਕ ਆਤਮਾ ਦੀ ਹੂਕ ਨਿਕਲਦੀ ਆ, ਜਦੋਂ ਉਹ ਨਿਕਲਦੀ ਆ, ਉਦੋਂ ਸਾਹ ਆਉਂਦਾ ਆ, ਉਦੋਂ ਸ਼ੁਰੂ ਹੁੰਦੀ ਆ ਜਿਹੜੀ ਹੀਲਿੰਗ, ਜਿਹਨੂੰ ਆਪਾਂ ਕਹਿੰਦੇ ਆ ਹੀਲਿੰਗ ਜਰਨੀ ਆ। ਰਾਈਟ। ਹੁਣ ਜਿਵੇਂ ਤੁਸੀਂ ਐਕਸਪਲੇਨ ਕੀਤਾ ਕਿ ਤੁਸੀਂ ਇਹ ਪੈਥ ਦੇ ਵਿੱਚ ਆਏ, ਸਾਨੂੰ ਪ੍ਰੋਫੈਸਰ ਜੀ ਮਿਲੇ, ਸਾਨੂੰ ਡੀਪਰ ਅੰਡਰਸਟੈਂਡਿੰਗ ਹੋਈ। ਹੁਣ ਜਿਵੇਂ ਤੁਸੀਂ ਵੀ ਕਹਿੰਦੇ ਹੋ, ਗੁਰਦੁਆਰੇ ਜਾ ਕੇ ਕਹਿੰਦੇ ਆ, ਉੱਥੇ ਜਾ ਕੇ ਅੱਖਾਂ ਬੰਦ ਕਰੋ, ਪਾਠ ਕਰੋ, ਸਾਰਾ ਕੁਝ ਠੀਕ ਹੋ ਜੂ। ਆਈ ਥਿੰਕ ਸਪੈਸ਼ਲੀ ਸਾਡੇ ਜਨਰੇਸ਼ਨ ਦਾ ਡਿਸਕਨੈਕਟ ਇਹ ਹੈਗਾ। ਈਵਨ ਜਿਵੇਂ ਤੁਸੀਂ ਕਿਹਾ, ਤੁਸੀਂ ਜਾ ਕੇ ਸਵਾਲ ਬਹੁਤ ਪੁੱਛਦੇ ਸੀ, ਐਂਡ ਉਹ ਸਵਾਲਾਂ ਦਾ ਜਵਾਬ ਨਹੀਂ ਆਈ ਥਿੰਕ ਮਿਲਦਾ। ਜਦੋਂ ਮਿਲਦਾ ਨਹੀਂ, ਆਪਾਂ ਫਿਰ ਉਹ ਫੇਥ ਤੋਂ ਜਾਂ ਸਪਿਰਿਚੁਅਲਿਟੀ ਤੋਂ ਦੂਰ ਹੋ ਜਾਂਦੇ ਆ। ਸੋ ਮੈਂ ਹੁਣ ਅੰਡਰਸਟੈਂਡ ਕਰਨਾ ਚਾਹੁੰਦੀ ਆ ਕਿ ਜਦੋਂ ਕੋਈ ਪਰਸਨ, ਕੋਈ ਈਵਨ ਅੱਜ ਜੇ ਕੋਈ ਵੀ ਸੁਣ ਰਿਹਾ ਤੇ ਤੁਹਾਡੇ ਨਾਲ ਕਨੈਕਟ ਹੋਣਾ ਚਾਹੁੰਦਾ, ਤੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਆ, ਦੁੱਖ ਹੈਗਾ ਆ, ਤੇ ਉਹ ਚਾਹੁੰਦੇ ਆ ਕਿ ਜਿਹੜੇ ਪੈਥ ਤੇ ਤੁਸੀਂ ਜਾ ਕੇ ਤੁਹਾਨੂੰ ਸਹਾਰਾ ਮਿਲਿਆ, ਉਹਨਾਂ ਨੂੰ ਕਿਵੇਂ ਮਿਲ ਸਕਦਾ, ਉਹ ਕਿਵੇਂ ਦਿਖਦਾ ਆ। ਜਿਵੇਂ ਅੱਜ ਜੇ ਮੈਂ ਕਹਾਂ ਮੇਰੇ ਘਰ ਦੇ ਵਿੱਚ ਜਾਂ ਮੇਰੇ ਅੰਦਰ ਬਹੁਤ ਪਰੇਸ਼ਾਨੀ ਹੈਗੀ ਆ, ਮੈਂ ਤੁਹਾਨੂੰ ਫੋਨ ਕੀਤਾ ਕਿ ਮੈਂ ਠੀਕ ਨਹੀਂ ਹੈਗੀ, ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਉਹ ਐਕਸਪੀਰੀਅੰਸ ਬਾਰੇ ਦੱਸ ਸਕਦੇ ਹੋ ਕਿ ਆਪਾਂ ਕਿਵੇਂ ਇਕੱਠੇ ਕੰਮ ਕਰਾਂਗੇ, ਮੈਨੂੰ ਕਿਵੇਂ ਸਹਾਰਾ ਮਿਲੂਗਾ ਸਿੱਖ ਮਿਊਜ਼ਿਕ ਦੇ ਨਾਲ ਰਾਗ ਅੰਡਰਸਟੈਂਡ ਕਰਨ ਨੂੰ। ਬਿਲਕੁਲ। ਸਾਡੀ ਇੱਕ ਛੋਟੀ ਜਿਹੀ ਸੰਸਥਾ ਹੈਗੀ ਆ, ਐਕਚੁਅਲੀ ਪ੍ਰੋਫੈਸਰ ਸਾਹਿਬ ਹੋਰਾਂ ਦੀ ਬਣਾਈ ਹੋਈ ਰਾਜ ਅਕੈਡਮੀ, ਤੇ ਅਸੀਂ ਦੁਨੀਆ ਭਰ 'ਚ ਕੰਮ ਕਰਦੇ, ਇਹੀ ਕੰਮ ਕਰਦੇ ਆ ਕਿ ਜਿਹੜੀ ਗੁਰੂਆਂ ਦੀ ਦਿੱਤੀ ਹੋਈ ਇੱਕ ਟੈਕਨੋਲੋਜੀ ਆ, ਰਾਗ, ਸ਼ਬਦ ਤੇ ਜਿਹੜਾ ਸਾਜ਼ ਆ, ਉਹਨਾਂ ਨੂੰ ਜੋੜ ਕੇ ਆਪਾਂ ਆਪਣੀ ਰੋਜ਼ ਐਵਰੀ ਡੇ ਟੂ ਡੇ ਜਿਹੜੀ ਹੈਗੀ ਆ ਪਰੇਸ਼ਾਨੀ, ਪ੍ਰੋਬਲਮਸ ਜੋ ਵੀ ਹੈਗੀਆਂ ਆ, ਖੁਸ਼ੀ ਵੀ ਹੈਗੀ ਆ, ਉਹਨਾਂ ਨੂੰ ਕਿੱਦਾਂ ਆਪਾਂ ਸਹੀ ਤਰੀਕੇ ਨਾਲ ਐਕਸਪ੍ਰੈਸ ਕਰ ਸਕਦੇ ਆ, ਗੁਰਮਤ ਅਨੁਸਾਰ। ਬਹੁਤ ਸਾਰੇ ਹੋਰ ਰਾਹ ਹੈਗੇ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਆਰਾਮ ਮਿਲ ਸਕਦਾ, ਪਰ ਆਪਾਂ ਹੁਣ ਇਸੇ ਵਿਸ਼ੇ ਤੇ ਗੱਲ ਕਰਦੇ ਵੀ ਜਿਹੜੀ ਸਿੱਖ ਮਿਊਜ਼ਿਕ ਥੈਰੇਪੀ ਹੈਗੀ ਆ, ਜਾਂ ਨਾਦ ਯੋਗ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ, ਇਹ ਸਾਰੀ ਟੈਕਨੋਲੋਜੀ ਉਹਦੇ ਨਾਲ ਆਪਾਂ ਕਿਵੇਂ ਜੋੜ ਸਕਦੇ ਆ। ਰਾਜ ਅਕੈਡਮੀ ਦਾ ਮਕਸਦ ਇਹ ਹੀ ਆ ਕਿ ਵੀ ਜਿਹੜੇ ਗੁਰੂਆਂ ਦੇ ਦਿੱਤੇ ਹੋਏ ਸਾਜ਼, ਉਹਨਾਂ ਨੂੰ ਵਾਪਸ ਮੁੜ ਸੁਰਜੀਤ ਕਰਨਾ, ਕਿ ਵੀ ਇਹਨਾਂ ਨੂੰ ਆਪਾਂ ਰਿਵਾਈਵ ਕਰਨਾ, ਤੇ ਆਪਾਂ ਇਹਨਾਂ ਨੂੰ ਕਿੱਦਾਂ ਸਮਝ ਸਕਦੇ ਕਿ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਹਦੀ ਕੀ ਜ਼ਰੂਰਤ ਆ, ਮੈਨੂੰ ਕਿਉਂ ਦਿਲਰੁਬਾ ਚੱਕਣਾ ਜ਼ਰੂਰੀ ਆ, ਇਹ ਸਿਖਲਾਈ ਅਸੀਂ ਰਾਜ ਅਕੈਡਮੀ ਦੇ ਵਿੱਚ ਦਿੰਦੇ ਆ। ਤੇ ਜਿਹਨੂੰ ਅਸੀਂ ਮਿਊਜ਼ਿਕੋਲੋਜੀ ਕਹਿੰਦੇ, ਵੀ ਤੁਸੀਂ ਖੁਦ ਆਪਣੀ ਇੱਕ ਐਕਸਪੀਰੀਅੰਸ, ਇੱਕ ਕਨੈਕਸ਼ਨ ਬਣਾਉਣਾ ਰਾਗ ਦੇ ਨਾਲ ਪਹਿਲੋਂ, ਤੇ ਫਿਰ ਸ਼ਬਦ ਦੇ ਨਾਲ, ਤੇ ਆਪਣੀ ਜ਼ਿੰਦਗੀ ਦੇ ਨਾਲ, ਇੱਕ ਕਹਾਣੀ ਜਿਹੜੀ ਹੁੰਦੀ ਆ ਅੰਦਰ ਦੀ, ਜਦੋਂ ਤੁਸੀਂ ਉਹਨੂੰ ਐਕਸਪ੍ਰੈਸ ਕਰ ਦਿੰਦੇ ਆ, ਬੋਲ ਕੇ, ਲਿਖ ਕੇ ਜਾਂ ਗਾ ਕੇ, ਤੇ ਅੰਦਰੋਂ ਸਾਹ ਮਿਲਦਾ ਆ, ਆਰਾਮ ਮਿਲਦਾ ਆ। ਇਹੀ ਵਿਧੀ ਸੀਗੀ ਗੁਰਮਤ ਸੰਗੀਤ ਦੀ, ਇਹੀ ਸੀਗੀ ਟੈਕਨੋਲੋਜੀ ਜਿਹਦੇ ਨਾਲ ਉਹ ਜਿਹੜੇ ਇਨਕ੍ਰੈਡੀਬਲ ਆਪਣੇ ਸੀਗੇ ਗੁਰਸਿੱਖ ਹਿਸਟਰੀ ਦੇ ਵਿੱਚ,
ਉਦਾਂ ਹੀ ਉਹਨਾਂ ਦੀਆਂ ਸੁਰਤਾਂ ਘੜੀਆਂ ਗਈਆਂ ਤੇ ਸਾਡੀਆਂ ਵੀ ਉਸੇ ਤਰ੍ਹਾਂ ਬਣਾਈਆਂ ਜਾ ਸਕਦੀਆਂ। ਸਾਡਾ ਜਿਹੜਾ ਕੰਮ ਹੈਗਾ ਅਸੀਂ ਕਈ ਤਰੀਕਿਆਂ ਦਾ ਕਰਦੇ ਆ, ਸਿਖਾਉਂਦੇ ਆ। ਬਹੁਤੇ ਸਾਰੇ ਸੋਚਦੇ ਕਿ ਅਸੀਂ ਇੱਕ ਕੀਰਤਨ ਦੀ ਸੰਸਥਾ ਆ, ਬਸ ਦੈਟਸ ਇਟ, ਹੈ। ਉਸ ਤੋਂ ਉਹ ਬਹੁਤ ਇੱਕ ਛੋਟਾ ਕਿਨਕਾ ਆ ਜਿਹੜਾ ਅਸੀਂ ਕੰਮ ਕਰਦੇ ਆ। ਤੁਹਾਨੂੰ ਪਤਾ ਕਿ ਵੀ ਮੋਸਟਲੀ ਸਾਡਾ ਕੰਮ ਹੈਗਾ ਇਸੇ ਖੇਤਰ ਦੇ ਵਿੱਚ, ਮਾਨਸਿਕ ਤੰਦਰੁਸਤੀ ਦੇ ਵਿੱਚ। ਕਈ ਮੂਲ ਦੇ ਲੋਕੀ ਸਾਡੇ ਨਾਲ ਆ ਕੇ ਸੰਜੋਗ ਕਰਦੇ ਆ ਕਿ ਅਸੀਂ ਸਿੱਖਣਾ ਚਾਹੁੰਦੇ ਜਾਂ ਅਸੀਂ ਖੁਦ ਆਪਣੇ ਆਪ ਨੂੰ ਹੀਲ ਕਰਨਾ ਚਾਹੁੰਦੇ ਆ। ਮੋਸਟਲੀ ਸਾਡੇ ਤੋਂ ਜਿਹੜੇ ਸਿੱਖਦੇ ਆ ਉਹ ਪੰਜਾਬੀ ਮੂਲ ਦੇ ਨੇਗੇ, ਬਾਹਰਲੇ ਧਰਮਾਂ ਦੇ ਆ ਜਾਂ ਬਾਹਰਲੇ ਮੁਲਕਾਂ ਦੇ ਆ। ਉਹਨਾਂ ਨੂੰ ਕਿਸੇ ਤਰ੍ਹਾਂ ਜਿੱਦਾਂ ਉਹ ਕਨੈਕਸ਼ਨ ਬਣੀ ਜਾਂ ਪਤਾ ਲੱਗਿਆ ਕਿ ਦਿਸ ਵਰਕ, ਸੋ ਦਿਸ ਇਜ਼ ਹੈਲਪਫੁਲ, ਜਾਂ ਉਹ ਟਰਾਈ ਕਰਨਾ ਚਾਹੁੰਦੇ ਆ, ਹੈ ਨਾ, ਕਿਊਰੀਓਸਿਟੀ ਹੁੰਦੀ ਆ। ਮੈਂ ਸੋਚਦੀ ਸੀਗੀ ਕਿ ਕਿਉਂ ਬਾਹਰਲੇ ਲੋਕੀ ਆਉਂਦੇ, ਸਾਡੇ ਪੰਜਾਬੀ ਲੋਕੀ ਜਾਂ ਸਿੱਖ ਲੋਕ ਕਿਉਂ ਨਹੀਂ ਆ ਕੇ ਸਿੱਖਦੇ, ਹੈ ਨਾ। ਉਹੀ ਚੀਜ਼ ਹੁੰਦੀ ਜਿਹੜੀ ਘਰੇ ਪਈ ਹੁੰਦੀ ਚੀਜ਼, ਉਹਦਾ ਆਪਾਂ ਸੋਚਦੇ ਕਿ ਵੀ ਕੋਈ ਜ਼ਿਆਦਾ ਵੈਲਿਊ ਨਹੀਂ ਹੈਗੀ, ਬਾਹਰਲੀ ਜਿਹੜੀ ਚੀਜ਼ ਚੰਗੀ ਲੱਗਦੀ ਆ। ਸੋ ਮੈਂ ਬੇਨਤੀ ਇਹੀ ਕਰਦੀ ਹਾਂ ਸਾਰੀ ਸਾਧ ਸੰਗਤ ਨੂੰ, ਜਿਹੜੇ ਸੁਣਦੇ ਆ ਸਰੋਤੇ, ਕਿ ਵੀ ਤੁਸੀਂ ਸਾਡੇ ਨਾਲ ਸੰਪਰਕ ਕਰੋ, ਸਾਨੂੰ ਮੌਕਾ ਦਿਓ ਇੱਕ ਤੁਹਾਡੀ ਮਦਦ ਕਰਨ ਦਾ, ਉਹ ਇੱਕ ਕਨੈਕਸ਼ਨ ਬਣਾਉਣ ਦਾ ਤੁਹਾਡਾ ਤੇ ਗੁਰਬਾਣੀ ਦਾ, ਕਿ ਵੀ ਕੀ ਉਹ ਤਰੀਕੇ ਹੈਗੇ, ਕੀ ਉਹ ਵਿਧੀਆਂ ਹੈਗੀਆਂ, ਕਿੱਦਾਂ ਆਪਾਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਤੇ 1 to 1 ਵੀ ਅਸੀਂ ਕੰਮ ਕਰਦੇ। ਮੈਂ ਖੁਦ ਵੀ ਜਿੱਦਾਂ ਇੰਡੀਵਿਜੂਅਲ ਕਲਾਇੰਟਸ ਦੇ ਨਾਲ ਕੰਮ ਕਰਦੀ ਹਾਂ, ਜਿਨ੍ਹਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ, ਉਹ ਸਾਜ਼ ਨਹੀਂ ਸਿੱਖਣਾ ਚਾਹੁੰਦੇ, ਦੈਟਸ ਓਕੇ। ਇਟ ਡਜ਼ਨਟ ਮੀਨ ਕਿ ਤੁਸੀਂ ਸਾਡੇ ਕੋਲ ਆ ਕੇ ਇੱਕੋ ਹੀ ਤਰੀਕਾ ਹੈਗਾ ਵੀ ਸਾਜ਼ ਸਿੱਖੋ। ਤੇ ਬੈਸਟ ਉਹ ਹੈਗਾ ਆ, ਮੈਂ ਇਹ ਕਹੂੰਗੀ ਡੈਫੀਨਿਟਲੀ, ਜਦੋਂ ਤੁਸੀਂ ਖੁਦ ਆਪਣੇ ਆਪ ਨੂੰ ਹੀਲ ਕਰਦੇ ਆ, ਹੈ ਨਾ, ਇੰਸਟੈਡ ਆਫ ਤੁਸੀਂ ਕਿਸੇ ਦੇ ਆਸਰੇ ਨਾਲ ਆਪਣੇ ਆਪ ਨੂੰ ਠੀਕ ਕਰਦੇ ਆ, ਹੈ ਨਾ। ਸਟੈਪਸ ਹੁੰਦੇ ਆ, ਪਹਿਲੋਂ ਕਿਸੇ ਦੇ ਆਸਰੇ ਨਾਲ ਆਪਾਂ ਨੂੰ ਕਰਨਾ ਪੈਂਦਾ ਆ, ਪਰ ਜੇ ਆਪਾਂ ਉੱਥੇ ਪਹੁੰਚ ਸਕਦੇ ਹਾਂ ਕਿ ਆਪਾਂ ਖੁਦ ਆਪਣੇ ਆਪ ਨੂੰ ਤੰਦਰੁਸਤ ਰੱਖੀਏ ਹਰ ਇੱਕ ਤਰੀਕੇ ਦੇ ਨਾਲ, ਹੈ ਨਾ, ਤੇ ਉਹ ਬੈਸਟ ਹੈਗਾ ਆ। ਪਰ ਜੇ ਤੁਸੀਂ ਉੱਥੇ ਤੱਕ ਹਜੇ ਨਹੀਂ ਰੈਡੀ ਹੈਗੇ ਆ, ਤੇ ਹੋਰ ਵੀ ਤਰੀਕੇ ਆ, ਵੀ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ। ਰਾਜ ਅਕੈਡਮੀ ਤੁਸੀਂ ਸਾਡੀ ਵੈਬਸਾਈਟ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ, ਈਮੇਲ ਤੇ info@rajacademy ਤੁਸੀਂ ਸਾਨੂੰ ਈਮੇਲ ਕਰ ਸਕਦੇ ਆ, ਤੇ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਪਲੀਜ਼। No, ਅੱਜ ਦੀ conversation I'm sure ਮਨੀਤ ਤੁਹਾਨੂੰ ਵੀ ਬਹੁਤ ਹੀ interesting ਲੱਗੀ, especially because ਸਾਡੇ nursing practice ਦੇ ਵਿੱਚ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਆ ਕਿ ਅਸੀਂ ਇੱਕ holistic approach ਲਈਏ, ਹੈ ਨਾ। ਦਵਾਈਆਂ ਦਾ ਵੀ ਇੰਪੋਰਟੈਂਸ ਹੈਗਾ ਆ, ਡਾਕਟਰ ਦੇ ਜਾਣ ਦਾ ਵੀ ਇੰਪੋਰਟੈਂਸ ਹੈਗਾ ਆ, ਪਰ ਜਿਹੜੀਆਂ ਡਿਫਰੈਂਟ ਟੈਕਨੀਕਸ ਹੈਗੀਆਂ ਆ, ਜਿੱਦਾਂ ਮਿਊਜ਼ਿਕ ਥੈਰੇਪੀ ਆ, ਸਪੈਸੀਫਿਕਲੀ ਸਿੱਖ ਮਿਊਜ਼ਿਕ ਥੈਰੇਪੀ, ਉਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ ਆਈ ਥਿੰਕ ਜਨਰਲ ਕਮਿਊਨਿਟੀ ਨੂੰ, ਹੈ ਨਾ। ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਆਈ ਕੈਨ ਪਰਸਨਲੀ ਸੇ ਮੈਨੂੰ ਇੰਨੀ ਵੀ ਜਾਣਕਾਰੀ ਨਹੀਂ ਸੀ, ਪਰ ਅੱਜ ਦਾ ਮੈਸੇਜ ਇਹੀ ਆ ਕਿ ਤੁਹਾਡੇ ਮਾਨਸਿਕ ਤੰਦਰੁਸਤੀ ਲਈ ਡਿਫਰੈਂਟ ਟੈਕਨੀਕਸ ਹੈਗੇ ਆ, ਸੋ ਉਹ ਤੁਹਾਨੂੰ ਇਸਤੇਮਾਲ ਕਰਨੇ ਚਾਹੀਦੇ ਆ। ਇਹ ਜਿਹੜੇ ਕੁਕੀ ਕਟਰ ਅਪਰੋਚਸ ਹੈਗੇ ਆ, ਉਹ ਸਾਰਿਆਂ ਲਈ ਇਸਤੇਮਾਲ ਅਸੀਂ ਨਹੀਂ ਕਰ ਸਕਦੇ। ਐਂਡ ਜਿਹੜੀ ਸਾਡੀ ਆਪ ਦੀ ਕੌਨਫੀਡੈਂਸ ਹੈਗੀ ਆ, ਸਾਨੂੰ ਉਹ ਵੀ ਵਧਾਉਣੀ ਚਾਹੀਦੀ ਆ। ਸਪਿਰਿਚੁਅਲਿਟੀ ਦਾ ਬਹੁਤ ਹੀ ਇੰਪੋਰਟੈਂਟ ਕੰਪੋਨੈਂਟ ਹੈਗਾ ਆ ਸਾਡੇ ਲਾਈਫ ਦੇ ਵਿੱਚ। ਐਂਡ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਅਬਾਊਟ ਐਨੀ ਮੈਂਟਲ ਔਰ ਫਿਜ਼ੀਕਲ ਹੈਲਥ ਇਸ਼ੂ, ਤੁਸੀਂ ਸੋਚ ਦੇ ਨਾਲ ਵੀ ਸੰਪਰਕ ਕਰ ਸਕਦੇ ਆ। ਸਾਡੀ ਵੈਬਸਾਈਟ ਤੇ ਵੀ ਅਸੀਂ ਪੰਜਾਬੀ ਦੇ ਵਿੱਚ ਵੀਡੀਓਜ਼ ਪਾਈਆਂ ਹੈਗੀਆਂ ਆ, sochmentalhealth.com, and ਜੇ ਤੁਹਾਨੂੰ ਕੋਈ ਹੋਰ ਸਵਾਲ ਹੈਗਾ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ। ਐਂਡ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਹੋਰ ਇੰਟਰਸਟਿੰਗ ਹੋਲਿਸਟਿਕ ਅਪਰੋਚਸ ਲੈ ਕੇ ਆਵਾਂਗੇ, ਇਹਨੇ ਕਨਵਰਸੇਸ਼ਨ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।